everyone, welcome to the session. ਅੱਜ ਦੀ ਕਲਾਸ 'ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ ਦੂਜਾ ਚੈਪਟਰ ਕ੍ਰਿਟੀਕਲ ਥਿੰਕਿੰਗ ਬਾਰੇ ਹੈ। ਅੱਜ ਦੀ ਕਲਾਸ ਮੇਂ ਦਾ ਇਹ ਪਾਰਟ ਕਵਰ ਕਰਾਂਗੇ ਜੋ ਹੈ ਸੋਸ਼ਲ ਆਊਟਲੁੱਕ ਟੁਵਰਡਸ ਬॉयਜ਼ ਐਂਡ ਗਰਲਸ, ਵੀ ਮੁੰਡਿਆਂ ਤੇ ਕੁੜੀਆਂ ਪ੍ਰਤੀ ਸਮਾਜਿਕ ਨਜ਼ਰੀਆ ਕੀ ਹੈ। ਹੁਣ ਕ੍ਰਿਟੀਕਲ ਥਿੰਕਿੰਗ ਕੀ ਹੁੰਦਾ ਹੈ, ਜਿਹਦੇ ਵਿੱਚ ਤੁਸੀਂ ਦਿਮਾਗ ਲਾ ਕੇ ਸੋਚ ਕੇ ਜੱਜ ਕਰਕੇ ਫਿਰ ਕੋਈ ਸਿੱਟੇ ਤੇ ਪਹੁੰਚਦੇ ਹੋ, ਠੀਕ ਹੈ, ਕੋਈ ਕਨਕਲੂਜਨ ਦਿੰਦੇ ਹੋ। ਅੱਗੇ ਚੱਲਦੇ ਹਾਂ। The modernization and technological development has changed the dimension of the society. ਆਧੁਨਿਕਰਨ ਜਿਹੜਾ ਹੋਇਆ, ਤਕਨੀਕੀ ਵਿਕਾਸ ਜਿਹੜਾ ਹੋਇਆ, ਉਸਨੇ ਸਮਾਜ ਦੇ ਮਾਪਦੰਡ ਜਿਹੜੇ ਨੇ ਉਹ ਬਦਲ ਦਿੱਤੇ ਨੇ। Beside the fact the number of cases of gender discrimination has decreased though it still exists. ਅੱਜ ਦੇਖਣ ਨੂੰ ਇਹ ਮਿਲਿਆ ਵੀ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ, ਜਿਹਨੂੰ ਜੈਂਡਰ ਡਿਸਕ੍ਰਿਮੀਨੇਸ਼ਨ ਕਹਿੰਦੇ ਆ, ਉਹ ਹਾਲਾਂਕਿ ਘਟੀ ਹੈ ਪਰ ਅਜੇ ਵੀ ਐਗਜ਼ਿਸਟ ਕਰਦੀ ਹੈ, ਅਜੇ ਵੀ ਮੌਜੂਦ ਹੈਗੀ ਆ, ਠੀਕ ਹੈ। We should understand that though boys and girls look different, they are equal in ability, intelligence, politics, sports or any other field. ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੇਸ਼ੱਕ ਦੇਖਣ ਨੂੰ ਮੁੰਡੇ ਤੇ ਕੁੜੀਆਂ ਜਿਹੜੇ ਨੇ ਵੱਖਰੇ ਵੱਖਰੇ ਦਿਖਾਈ ਦਿੰਦੇ ਨੇ, ਪਰ ਕਾਬਲੀਅਤ, ਬੁੱਧੀ, ਰਾਜਨੀਤੀ, ਖੇਡਾਂ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਉਹ ਬਰਾਬਰ ਹੈਗੇ ਨੇ, ਠੀਕ ਹੈ। Women have time and again proved their capability. ਔਰਤਾਂ ਨੇ ਵਾਰ-ਵਾਰ ਆਪਣੀ ਜਿਹੜੀ ਸਮਰੱਥਾ ਹੈਗੀ ਹੈ ਉਹਦਾ ਸਬੂਤ ਦਿੱਤਾ ਹੈ। Women display the same strength and determination as men. So how can we say that women and men can't be equal? ਜੇ ਔਰਤਾਂ ਨੇ ਮਰਦਾਂ ਦੇ ਬਰਾਬਰ ਤਾਕਤ ਤੇ ਦ੍ਰਿੜਤਾ ਦਾ ਪ੍ਰਦਰਸ਼ਨ ਕਰਦੀਆਂ ਨਹੀਂ ਹੈ ਤੇ ਕੀਤਾ ਹੈ, ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਔਰਤਾਂ ਤੇ ਮਰਦ ਬਰਾਬਰ ਨਹੀਂ ਹੋ ਸਕਦੇ ਜਾਂ ਮੁੰਡੇ ਬਰਾਬਰ ਨਹੀਂ ਹੋ ਸਕਦੇ। While remembering heroes of our history such as Shri Guru Gobind Singh Ji, Maharaja Ranjit Singh Ji, Hari Singh Nalwa, who made us proud, the strong women such as Mai Pago, Bibi Sharan Kaur come in our mind, who actively participated in struggle for freedom by showing immense valor and taught us that women bring positive changes in the society with their determination, bravery and kindness. ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਡੇ ਇਤਿਹਾਸ ਦੇ ਜਿਹੜੇ ਨਾਇਕ ਹੈਗੇ ਨੇ, ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ, ਹਰੀ ਸਿੰਘ ਨਲਵਾ ਜੀ, ਤਾਂ ਆਪਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਣ ਮਹਿਸੂਸ ਕਰਾਇਆ ਹੈ। ਉਵੇਂ ਹੀ ਆਪਾਂ ਇਹ ਕਹਿ ਸਕਦੇ ਹਾਂ ਵੀ ਔਰਤਾਂ ਵਿੱਚੋਂ ਮਾਈ ਭਾਗੋ ਜੀ, ਬੀਬੀ ਸ਼ਰਨ ਕੌਰ ਵਰਗੀਆਂ ਬਲਵਾਨ ਔਰਤਾਂ ਹੈਗੀਆਂ ਨੇ, ਉਹ ਵੀ ਆਉਂਦੀਆਂ ਹੈਗੀਆਂ ਨੇ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਠੀਕ ਹੈ। ਤੇ ਨਾਲ ਦੀ ਨਾਲ ਉਹਨਾਂ ਦੀ ਅਥਾਹ ਬਹਾਦਰੀ ਦਿਖਾਈ ਤੇ ਨਾਲ ਦੀ ਨਾਲ ਸਾਨੂੰ ਇਹ ਸਿਖਾਇਆ ਵੀ ਔਰਤਾਂ ਆਪਣੀਆਂ ਦ੍ਰਿੜਤਾ, ਬਹਾਦਰੀ ਤੇ ਦਿਆਲਤਾ ਨਾਲ ਸਮਾਜ ਵਿੱਚ ਬਹੁਤ ਜ਼ਿਆਦਾ ਬਦਲਾਵ ਲਿਆਉਣ ਦੇ ਵਿੱਚ ਸਮਰਥ ਹੈਗੀਆਂ ਨੇ। Abraham Lincoln once said, "All that I am, I owe it to my mother." ਅਬਰਾਹਿਮ ਲਿੰਕਨ ਜਿਹੜੇ ਯੂਨਾਈਟਿਡ ਸਟੇਟਸ ਦੇ ਪ੍ਰੈਜ਼ੀਡੈਂਟ ਰਹੇ ਨੇ, ਉਹਨਾਂ ਨੇ ਇੱਕ ਵਾਰ ਕਿਹਾ ਸੀ ਵੀ ਮੈਂ ਜੋ ਵੀ ਹਾਂ ਮੈਂ ਆਪਣੀ ਮਾਂ ਦੀ ਰਿਣੀ ਆ, ਉਹਦੇ ਕਰਕੇ ਹੈਗੀ। Think about your mother, how she manages everything so perfectly. Right from work to household, teaches you good values, becomes your pillar of strength. ਹੁਣ ਤੁਸੀਂ ਆਪਣੀ ਮਾਂ ਬਾਰੇ ਹੀ ਸੋਚ ਲਓ, ਮੰਮੀ ਬਾਰੇ, ਉਹ ਕਿਵੇਂ ਕੰਮ ਨੂੰ ਸੰਭਾਲਦੀ ਨੇ, ਘਰ ਦੇ ਵਿੱਚ ਕੰਮ ਕਰਦੇ ਨੇ, ਆਪਣਾ ਜੇ ਬਾਹਰ ਜਾਂਦੇ ਨੇ ਕੰਮ ਕਰਨ ਦੇ ਲਈ ਉਹਨੂੰ ਚੰਗੀ ਤਰ੍ਹਾਂ ਸੰਭਾਲਦੇ ਨੇ, ਤੁਹਾਨੂੰ ਚੰਗੀ ਤਰ੍ਹਾਂ ਸੰਸਕਾਰ ਦਿੰਦੇ ਨੇ, ਠੀਕ ਹੈ, ਤੁਹਾਡੀ ਤਾਕਤ ਬਣਦੇ ਨੇ, ਮਤਲਬ ਜਦ ਵੀ ਤੁਸੀਂ ਵੀਕ ਫੀਲ ਕਰਦੇ ਹੋ ਤੁਹਾਡੀ ਸਟਰੈਂਥ ਦਾ ਕੰਮ ਕਰਦੇ ਨੇ। There is a beautiful saying, hand that rocks the cradle rules the world. ਕਹਿਣ ਦਾ ਮਤਲਬ ਇੱਕ ਬਹੁਤ ਵਧੀਆ ਕਹਾਵਤ ਹੈਗੀ ਹੈ ਜਿਹਨੂੰ ਕਿਹਾ ਜਾਂਦਾ ਹੈ ਵੀ ਜਿਹੜਾ ਹੱਥ ਜੋ ਪੰਗੂਰੇ ਨੂੰ ਹਿਲਾਉਂਦਾ ਹੈ ਉਹ ਦੁਨੀਆ ਤੇ ਰਾਜ ਕਰਦਾ ਹੈ, ਵੀ ਮਾਈ ਹੈਗੀ ਹੈ ਉਹ ਜਿਹੜੀ ਸਭ ਕੁਝ ਸਾਂਭਦੀ ਹੈ। Despite the decreasing rate of gender discrimination, it is still prevalent in most parts of the world. ਹਾਲਾਂਕਿ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਲਿੰਗ ਵਿਤਕਰਾ ਹੁੰਦਾ, ਮੁੰਡੇ ਕੁੜੀ ਵਿੱਚ ਫਰਕ ਹੁੰਦਾ, ਉਹ ਘਟ ਗਿਆ, ਪਰ ਫਿਰ ਵੀ ਦੁਨੀਆ ਭਰ ਦੇ ਵਿੱਚ ਮੌਜੂਦ ਹੈਗੇ। We all should work hard to eradicate this conservative mindset, which is very dangerous for the development of the society. ਇਹ ਪਿਛੜੀ ਹੋਈ ਜਿਹੜੀ ਸੋਚ ਹੈਗੀ ਹੈ ਨਾ, ਸਾਨੂੰ ਸਾਰਿਆਂ ਨੂੰ ਇਸ ਰੂੜੀਵਾਦੀ ਮਾਨਸਿਕਤਾ ਨੂੰ ਦੂਰ ਕਰਨ, ਖਤਮ ਕਰਨ ਦੇ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ, ਜੋ ਕਿ ਦੇਸ਼ ਦੇ ਵਿਕਾਸ ਦੇ ਵਿੱਚ ਖਤਰਨਾਕ ਸਾਬਿਤ ਹੋ ਸਕਦੀ ਹੈ। ਐਂਡ ਟੈਲ ਪੀਪਲ ਦੈਟ men and women are the same. ਤੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਸਾਨੂੰ ਵੀ ਮੁੰਡੇ ਕੁੜੀ ਵਿੱਚ ਫਰਕ ਨਹੀਂ ਹੁੰਦਾ, ਬਰਾਬਰ ਹੁੰਦੇ ਨੇ। ਸੋ ਸਟਾਪ ਪਲੇਇੰਗ ਦ ਡਿਸਕ੍ਰਿਮੀਨੇਸ਼ਨ ਗੇਮ। ਤਾਂ
ਜਿਹੜਾ ਭੇਦਭਾਵ ਦਾ ਜਿਹੜਾ ਵਿਤਕਰਾ ਕਰਦੇ ਆ ਨਾ ਉਹਨੂੰ ਖਤਮ ਕਰ ਦੇਣਾ ਚਾਹੀਦਾ ਵੀ ਕੁੜੀਆਂ ਆਹੀ ਕਰ ਸਕਦੀਆਂ ਮੁੰਡੇ ਨਹੀਂ ਕਰ ਸਕਦੇ ਕੁੜੀਆਂ ਇਸੇ ਲਈ ਬਣੀ ਹੈ ਇਹ ਸਭ ਗਲਤ ਹੈਗਾ ਠੀਕ ਹੈ ਹੁਣ ਇੱਥੇ ਐਕਟੀਵਿਟੀ ਦਿੱਤੀ ਹੋਈ ਹੈ ਮੇਕ ਅ ਗਰੁੱਪ ਆਫ 4 ਗਰਲਸ ਇਨ ਅ ਟੀਮ 1 ਮਤਲਬ ਇੱਕ ਟੀਮ ਦੇ ਵਿੱਚ 4 ਕੁੜੀਆਂ ਪਾ ਦਿਓ 4 ਬॉयਜ਼ ਦੂਜੀ ਟੀਮ ਦੇ ਵਿੱਚ and assign them with the task of making pit 4 feet deep मतलब एक खड्डा जैसा खोदना 4 फीट डूंगा a separate group leader will observe that हुन एक group leader जेड़ा वो देखेगा how did the girls perform while doing the task कुड़ियां ने किस तरीके दे नाल काम कीता ते how did the boys perform while doing the task मुंडियां ने काम किस तरीके ना कीता ते ਇਹਦਾ आंसर मैं वेरवा जेड़ा हैगा वो ਇੱਥੇ ਦਿੱਤਾ ਹੈ ਜਿਵੇਂ ਪਰਫਾਰਮੈਂਸ ਆਫ ਦ ਗਰਲਸ ਟੀਮ 1 ਹੈਗੀ ਇੱਥੇ ਲਿਖਿਆ ਪਰਫਾਰਮੈਂਸ ਆਫ टीम 2 फिर कंक्लूजन की है देखो the girls began with a clear plan and divided the work evenly मतलब उन्होंने एक पहला प्लान बनाया फिर बराबर दे नाल सारियां नु काम दे दिता 2 members focused on initial digging दो कुड़ियां ने पहला खोदना शुरू कीता while the other two took turns removing the dirt ते जदों उन्हें खोद रहे सी पट रहे सी तो दूजी दो कुड़ियां मिट्टी हटा रही सी they communicated effectively and encouraged each other throughout the process बड़े वधिया तरीके दे नाल एक दूजे दे नाल संचार कर रहे सी गलबात कर रहे सी ते बड़े वधिया तरीके दे नाल एक दूजे नु हल्लाशेरी भी दे रहे सी the teamwork was evident as they helped one another when someone got tired ਤੇ ਇੰਨਾ ਵਧੀਆ ਟੀਮ ਦੇ ਵਿੱਚ ਕੰਮ ਕਰ ਰਹੇ ਸੀ ਕਿ ਜੇ ਇੱਕ ਬੰਦਾ ਥੱਕ ਜਾਂਦਾ ਸੀ ਤੇ ਦੂਜਾ ਉਹਦੀ ਮਦਦ ਜਾਂ ਕਵਰ ਅਪ ਕਰਨ ਲਈ ਆ ਜਾਂਦਾ ਸੀ They took short breaks to maintain their energy levels and managed to complete the task effectively within the allotted time. क्योंकि कुड़ियां जे थक रही सी, वो ब्रेक ले रही सी ते टाइम जिन्ना दिता गया सी उहदे विच उन्हां ने खोद दिता सी, वो पट दिता सी 4 फीट डूंगा pit. The pit was 4 feet deep as required, and they maintained a neat work area. ते आले दुआले जिहड़ा एरिया सी वो भी साफ सुथरा सी, ये नहीं गंद पाके भी उन्होंने खोदिया सी. ठीक है हुन गल करते हैं बॉयज दी. द बॉयज स्टार्टेड विद अ लॉट ऑफ एंथुसियाज्म एंड क्विकली बिगैन डिगिंग ते मुंडियां ने बड़े जोश दे नाल भी असीं तां मुंडियां पट दांगे मतलब सारा दा सारा खाली कर दांगे उन्होंने खोदना शुरू कर दिता. 2 members did most of the heavy digging ज्यादा जिहड़ी digging सी खोदना सी वो 2 ਮੈਂਬਰਾਂ ਨੇ ਕੀਤਾ while the other 2 removed excess dirt मिट्टी हटा रहे सी. They worked hard but tended to work more individually rather than as a cohesive team. ते कल्ले कल्ले काम कर रहे सी, टीम वाकन काम नहीं कर रही सी. There were moments when they had to stop and discuss their next step. मतलब भी रुक के उन्होंने अगे की करना डिस्कस करना पै रहा सी which slowed them down a bit जिदे करके क्योंकि हुन रुक के डिसीजन लेना पै रहा सी पहला प्लानिंग नहीं हुई सी आपां ये कह सकते हैं कि पूरा जिहड़ा प्लान सी थोड़ा स्लो चल रहा सी. However they were determined and managed to dig the pit to the required depth. पर उन्हां दे विच पूरी डिटरमिनेशन थी सीगी ठीक है भी आपां काम करना ही करना है ते ओदे विच उन्हां ने वो जिहड़ा 4 फीट डूंगा पिट खोदना सी वो खोद दिया. They took fewer breaks but were visibly tired towards the end. छोटियां उन्होंने ब्रेक्स लिया पर अखीर च जाके वो आपां ये कह सकते काफी थक गए सी. The pit was completed though their work area was a bit messier compared to the girls. काम उन्होंने कर लिया सी पर वो जिहड़ा एरिया सी ना जिथे खोद रहे सी वो ज्यादा मेसी हो गया सी, गंद खिलर गया सी. हुन कंक्लूजन किया both teams completed the task of digging a pit 4 feet deep. मतलब दोनों ने काम कीता but their approaches किस तरीके दे नाल उन्होंने इस प्रॉब्लम नु सॉल्व कीता and teamwork dynamics were different. मतलब ਉਹਨਾਂ ਨੇ ਟੀਮ ਦੇ ਵਿੱਚ ਕਿਵੇਂ ਕੰਮ ਕਰਨਾ ਸੀ ਤੇ ਉਹਨਾਂ ਦੀ ਅਪਰੋਚ ਜਿਹੜੀ ਸੀ ਕਿਵੇਂ ਕੰਮ ਅੱਗੇ ਲੈ ਕੇ ਜਾਣਾ ਉਹ ਵੱਖਰੀ ਸੀ. The girls team demonstrated strong collaboration. ਕੁੜੀਆਂ ਇਕੱਠੇ ਰਲ ਕੇ ਕੰਮ ਕਰ ਰਹੀਆਂ ਸੀ and efficient work division. ਕੰਮ ਵੰਡਿਆ ਹੋਇਆ ਸੀ, ਇਕੱਠੇ ਵੀ ਸੀ ਤੇ ਕੰਮ ਵੰਡਿਆ ਵੀ ਹੋਇਆ ਸੀ which helped them maintain energy and complete the task smoothly. ਤੇ ਇਸੇ ਕਰਕੇ ਕੰਮ ਵੰਡਿਆ ਹੋਇਆ ਸੀ, ਸਾਰਿਆਂ ਨੂੰ ਪਤਾ ਸੀ ਕਿਹਨੇ ਕੀ ਕੰਮ ਕਰਨਾ ਤੇ ਕੰਮ smoothly ਹੋ ਰਿਹਾ ਸੀ. ਜਦੋਂ ਕਿ ਆਪਾਂ ਜੇ ਮੁੰਡਿਆਂ ਦੀ ਗੱਲ ਕਰੀਏ the boys team showed determination and hard work but could benefit from better communication and teamwork to improve efficiency. मतलब ਮੁੰਡਿਆਂ ਨੂੰ ਇਹ ਸਿੱਖਣ ਦੀ ਲੋੜ ਹੈ ਵੀ ਇਕੱਠੇ ਰਲ ਕੇ ਕੰਮ ਕਰਨਾ ਠੀਕ ਹੈ, ਕਮਿਊਨੀਕੇਟ ਕਰਨਾ, ਇੱਕ ਦੂਜੇ ਨਾਲ ਗੱਲਬਾਤ ਕਰਨਾ, ਉਹਦੇ ਨਾਲ ਕੰਮ ਜਿਹੜਾ ਹੈ ਵਧੀਆ ਹੋਰ ਹੋ ਸਕਦਾ ਸੀ. ठीक है जी. AC observation. अगे एक और एक्टिविटी दी हुई है. Assume that there is an annual function in your school जिवें सालाना समागम हुंदा है वो हैगा.
The boys are assigned with the duty of serving tea. ਮੁੰਡਿਆਂ ਨੂੰ ਕਿਹਾ ਗਿਆ ਵੀ ਤੁਸੀਂ tea serve ਕਰਨੀ ਹੈ, ਚਾਹ ਦੇਣੀ ਹੈ, and snacks to the guests, and also washing the utensils afterwards. ਤੇ ਬਾਅਦ ਦੇ ਵਿੱਚ ਤੁਸੀਂ ਜਿਹੜੇ ਭਾਂਡੇ ਨੇ ਉਹ ਵੀ ਧੋਣੇ ਨੇ। ਤੇ ਇੱਥੇ ਸਵਾਲ ਪੁੱਛਿਆ ਗਿਆ, what was the reaction of the boys when they were appointed with this duty? ਮੁੰਡਿਆਂ ਨੇ ਕਿਸ ਤਰੀਕੇ ਨਾਲ ਰਿਐਕਟ ਕੀਤਾ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਸਨੈਕਸ ਵੰਡਣੇ ਨੇ, ਬਰਤਨ ਧੋਣੇ ਨੇ। What was the reaction of the girls when they heard about it? ਤੇ ਜਦ ਕੁੜੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਇਹਦਾ ਆਨਸਰ ਮੈਂ ਇੱਥੇ ਲਿਖਿਆ, boys reaction ਕੀ ਸੀ? When the boys were appointed with the duty of serving tea and snacks to the guests and washing the utensils afterward, their reaction was mixed. मतलब mixed reaction, ऐसी कुछ खुश सी, कुछ ना खुश सी। Some of the boys were surprised and a bit reluctant at first. ਪਹਿਲਾਂ ਤਾਂ ਕੁਝ ਮੁੰਡੇ ਤਾਂ ਹੈਰਾਨ ਹੀ ਸੀ ਤੇ ਨਾ ਕਰ ਰਹੇ ਸੀ, ਮਤਲਬ ਰਾਜ਼ੀ ਨਹੀਂ ਸੀ ਕੰਮ ਕਰਨ ਦੇ ਲਈ, ਹੈ ਨਾ, as they hadn't expected such responsibility, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਸਾਨੂੰ ਇਹ ਕੰਮ ਥੋੜੀ ਦੇਣਗੇ, ਇਹ ਤਾਂ ਕੁੜੀਆਂ ਦਾ ਕੰਮ ਹੈ। They were used to being assigned tasks like arranging chairs or handling technical equipment. ਵੀ ਕੁਰਸੀਆਂ ਲਾ ਦੋ, ਉਹਨਾਂ ਨੂੰ ਇਹ ਕੰਮ ਜ਼ਿਆਦਾ ਦਿੱਤਾ ਜਾਂਦਾ ਸੀ, ਉਹਦੇ used to ਸੀ, ਜਾਂ technical ਕੋਈ equipment, music system ਸਾਂਭ ਲੋ, ਇਹ ਸਭ। A few boys even felt it was not a typical task for them and expressed mild discomfort. ਤੇ ਕੁਝ ਨੂੰ ਇਹ ਵੀ ਲੱਗਿਆ ਵੀ ਇਹ ਮੁੰਡਿਆਂ ਦਾ ਕੰਮ ਨਹੀਂ ਹੈ, ਠੀਕ ਹੈ, ਪਸੰਦ ਨਹੀਂ ਆ ਰਿਹਾ ਸੀ ਉਹਨਾਂ ਨੂੰ। However, after some discussion and encouragement from their teachers, they agreed to take on the duty. ਪਰ ਕੁਝ ਗੱਲਬਾਤ ਹੋਣ ਤੋਂ ਬਾਅਦ, ਟੀਚਰਸ ਤੋਂ ਹਿੰਮਤ ਮਿਲਣ ਤੋਂ ਬਾਅਦ ਉਹ ਇਹ ਡਿਊਟੀ ਕਰਨ ਲਈ ਤਿਆਰ ਹੋ ਗਏ ਸੀ। Recognizing the importance of contributing to the event success, ਤੇ ਇਸ ਕਰਕੇ ਵੀ ਤਿਆਰ ਹੋਏ ਸੀ ਵੀ ਇਵੈਂਟ ਸਕਸੈਸਫੁਲ ਹੋਣਾ ਜ਼ਰੂਰੀ ਆ। ਜੋ ਸਮਾਗਮ ਹੈਗਾ ਇਹ ਜ਼ਰੂਰੀ ਨਹੀਂ ਹੈ ਕਿ ਕੌਣ ਕੀ ਕੰਮ ਕਰ ਰਹੇ। ਅੱਗੇ girls reaction ਕੀ ਸੀ? When the girls heard about the boys' assigned duty, they were amused and a bit surprised. ਕੁੜੀਆਂ ਨੂੰ ਜਦ ਪਤਾ ਚੱਲਿਆ ਵੀ ਮੁੰਡਿਆਂ ਨੂੰ ਇਹ ਕੰਮ ਦਿੱਤਾ ਗਿਆ ਤਾਂ ਉਹ ਕਾਫੀ ਜ਼ਿਆਦਾ, ਆਪਾਂ ਇਹ ਕਹਿ ਸਕਦੇ, ਹੈਰਾਨ ਹੋ ਗਈਆਂ ਸੀ, ਹੈ ਨਾ। It was unusual for the boys to be given tasks traditionally handled by the girls in past events, ਕਿਉਂਕਿ ਅਜੀਬ ਗੱਲ ਸੀ ਉਹਨਾਂ ਲਈ ਵੀ ਇਹ ਕੰਮ ਤਾਂ ਅੱਜ ਤੱਕ ਕੁੜੀਆਂ ਨੂੰ ਹੀ ਮਿਲਿਆ, ਮੁੰਡਿਆਂ ਨੂੰ ਤਾਂ ਮਿਲਿਆ ਨਹੀਂ ਇਹ ਜਿਹਾ ਕੰਮ। Some of the girls were initially skeptical about whether the boys would be able to manage the task effectively. ਤੇ ਕੁੜੀਆਂ ਨੂੰ ਇਹ ਵੀ ਲੱਗ ਰਿਹਾ ਸੀ ਵੀ ਪਤਾ ਨਹੀਂ ਮੁੰਡੇ ਹੈਂਡਲ ਵੀ ਕਰ ਪਾਣਗੇ, ਕਰ ਵੀ ਪਾਣਗੇ ਕੰਮ ਜਾਂ ਨਹੀਂ। However, many of them found it a positive and progressive change, showing that responsibilities can be shared equally regardless of gender. ਪਰ ਕੁਝ ਕੁੜੀਆਂ ਨੂੰ ਇਹ ਬਹੁਤ ਜ਼ਿਆਦਾ, ਆਪਾਂ ਕਹਿ ਸਕਦੇ ਹਾਂ, ਪ੍ਰਗਤੀਸ਼ੀਲ ਤੇ ਆਪਾਂ ਕਹਿ ਸਕਦੇ ਹਾਂ ਸਕਾਰਾਤਮਕ ਬਦਲਾਵ ਲੱਗਿਆ, ਜਿਹਦੇ ਵਿੱਚ ਉਹਨਾਂ ਨੂੰ ਇਹ ਲੱਗਿਆ ਵੀ ਮੁੰਡਾ ਹੋਏ ਕੁੜੀ ਹੋਏ ਬਰਾਬਰ ਦੇ ਰਿਸਪੌਂਸਿਬਿਲਿਟੀਜ਼ ਕਰ ਸਕਦਾ ਹੈ ਪੂਰੀਆਂ। They were supportive and even offered tips and help to ensure the boys could handle their duties effectively. ਤੇ ਉਹ ਬਹੁਤ ਸਪੋਰਟਿਵ ਸੀ ਤਾਂ ਕਿ ਮੁੰਡੇ ਜਿਹੜੇ ਨੇ ਨਿਪੁੰਨਤਾ ਦੇ ਨਾਲ ਆਪਣੀਆਂ ਡਿਊਟੀਆਂ ਨਿਭਾ ਸਕਣ, ਉਹਨਾਂ ਦੀ ਮਦਦ ਕਰਨ ਲਈ ਤਿਆਰ ਸੀ। ਠੀਕ ਹੈ, conclusion ਕੀ ਸੀ? Overall, the assignment of duties led to a mixed surprise, amusement, ਠੀਕ ਹੈ, ਹੈਰਾਨੀ ਵੀ ਹੋਈ, ਖੁਸ਼ੀ ਵੀ ਮਿਲੀ, and eventually acceptance, ਮੰਨ ਵੀ ਲਿਆ ਉਹਨਾਂ ਨੇ ਵੀ ਚਲੋ ਕਰ ਲਾਂਗੇ। It fostered a sense of teamwork and equality among the students. ਵੀ ਆਪਾਂ ਇਕੱਠੇ ਰਲ ਕੇ ਕੰਮ ਕਰਨਾ, ਇਹ ਚੀਜ਼ ਸਿਖਾਈ ਗਈ ਤੇ ਸਾਰੇ ਬੱਚੇ ਬਰਾਬਰ ਨੇ, ਮੁੰਡੇ ਹੋਏ ਜਾਂ ਕੁੜੀ ਹੋਏ, ਸਭ ਹਰ ਕੋਈ ਡਿਊਟੀ ਸਾਂਭ ਸਕਦਾ ਹੈ। Emphasizing that everyone can contribute to the success of school events in various ways. ਵੀ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਇਵੈਂਟ ਨੂੰ ਸਕਸੈਸਫੁਲ ਬਣਾ ਸਕਦਾ ਹੈ, ਬੇਸ਼ੱਕ ਮੁੰਡਾ ਹੋਏ ਜਾਂ ਕੁੜੀ। ਹੁਣ ਇੱਥੇ ਦੱਸਿਆ ਗਿਆ, dear students, these tasks will make you aware of some of the aspects of a conservative society that has always discriminated between boys and girls. ਜਦ ਇਹ ਕੰਮ ਮੁੰਡਿਆਂ ਜਾਂ ਕੁੜੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਰਿਐਕਸ਼ਨ ਆਏਗਾ ਨਾ, ਉਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਾਣੂ ਵੀ ਕਰਾਏਗਾ ਇਸ ਪਹਿਲੂ ਦੇ ਨਾਲ ਕਿ ਹਮੇਸ਼ਾ ਮੁੰਡਿਆਂ ਤੇ ਕੁੜੀਆਂ ਦੇ ਵਿਚਕਾਰ ਕਿਸ ਤਰੀਕੇ ਦੇ ਨਾਲ ਭੇਦਭਾਵ ਜਾਂ ਵਿਤਕਰਾ ਕੀਤਾ ਜਾਂਦਾ, ਵੀ ਇਹ ਕੰਮ ਕੁੜੀ ਕਰੇਗੀ, ਇਹ ਕੰਮ ਮੁੰਡਾ ਹੀ ਕਰੇਗਾ। Even today, the birth of boys celebrated with great pomp. ਵੀ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। This discrimination continues in every aspect, be it education, sports or jobs. Girl is still treated unequally. ਮਤਲਬ ਇਹ ਜਿਹੜਾ ਵਿਤਕਰਾ ਹੁੰਦਾ ਹੈ ਹਰੇਕ ਫੀਲਡ ਦੇ ਵਿੱਚ ਹੁੰਦਾ ਹੈ, ਪੜ੍ਹਾਈ ਲਿਖਾਈ, ਖੇਡ ਕੂਦ, ਨੌਕਰੀ ਦੇ ਵਿੱਚ, ਜਿਹਦੇ ਵਿੱਚ ਕੁੜੀ ਨੂੰ ਥੋੜਾ ਪਿੱਛੇ ਹੀ ਮੰਨਿਆ ਜਾਂਦਾ ਹੈ ਮੁੰਡਿਆਂ ਤੋਂ। ਇਹ ਗਲਤ ਗੱਲ ਹੈ।
Students, achieving gender equality require the indulgence of women and men, girls and boys in every field. जे gender equality लैके आनी हैगी है, जे लिंग दे विच समानता प्राप्त करनी है ते विद्यार्थियों ਨੂੰ हर खेतर ਦੇ ਵਿੱਚ ਔਰਤਾਂ ਮਰਦਾਂ ਕੁੜੀਆਂ ਮੁੰਡਿਆਂ ਨੂੰ ਆਪਾਂ ਇਹ ਕਹਿ ਸਕਦੇ ਆ ਸ਼ਾਮਿਲ ਕਰਨ ਦੀ ਲੋੜ ਹੈਗੀ ਹੈ ਹਰ ਫੀਲਡ ਦੇ ਵਿੱਚ बराबर राइट्स ते ड्यूटीज देने की लोड़ हैगी है It is everyone's responsibility to become more respectful towards every gender and try his her best to bring positive change in the society ਤੇ ਹਰ ਕਿਸੇ ਦੀ ਰਿਸਪੌਂਸਿਬਿਲਿਟੀ ਹੈਗੀ ਆ ਵੀ ਦੂਜਿਆਂ ਪ੍ਰਤੀ ਜ਼ਿਆਦਾ ਰਿਸਪੈਕਟ ਸ਼ੋ ਕਰੋ ਬੇਸ਼ੱਕ ਉਹ ਮੁੰਡਾ ਹੈ ਕੁੜੀ ਆ ਤੇ ਦੂਜੇ ਦੇ ਵਿੱਚ ਜਿਹੜੀ ਬੈਸਟ ਚੀਜ਼ ਹੈਗੀ ਉਹ ਬਾਹਰ ਉਭਾਰੋ ਤਾਂ ਕਿ ਉਹਦੇ ਨਾਲ ਸੋਸਾਇਟੀ ਸਮਾਜ ਨੂੰ ਦੇਸ਼ ਨੂੰ ਫਾਇਦਾ ਹੋਵੇ ठीक है इसी अज की क्लास मैं प्लेलिस्ट शेयर कर दांगी जिहदे विच इस पूरे बुक दे जिहड़े पार्ट्स हैगे ने मैं अपलोड कीते हुए ने जे तुहानू वीडियो वधिया लगी तो चैनल नू लाइक शेयर सबसक्राइब जरूर करियो ते मैनू दस्सियो भी तुसी किस तरीके दे नाल जेंडर इक्वालिटी वल काम कर रहे हो फिर मिलदे हां टिल देन टेक केयर